ओम शांति सत श्री अकाल जी। मैं अमरजीत कौर दुआ बैंकॉक थाईलैंड तो आज फिर आप जी ਦੇ ਨਾਲ ਇੱਕ ਓਂਕਾਰ ਇੱਕ ਪਰਮ ਪਿਤਾ ਇੱਕ ਪਰਮਾਤਮਾ ਦੇ ਇਸ ਪ੍ਰੋਗਰਾਮ ਵਿੱਚ ਆਪਾਂ ਰਲ ਮਿਲ ਕੇ ਜਪਜੀ ਸਾਹਿਬ ਦੀ ਖੋਜ ਕਰ ਰਹੇ ਹਾਂ ਤੇ ਅਸੀਂ ਬੋਡੀ ਨੰਬਰ 20 ਤੱਕ ਪਹੁੰਚ ਗਏ ਹਾਂ। ਸ਼ੁਰੂ ਵਿੱਚ ਅਸੀਂ ਜਿਨ੍ਹਾਂ ਨੇ ਨਹੀਂ ਦੇਖਿਆ ਸ਼ੁਰੂ ਵਿੱਚ ਰਲ ਮਿਲ ਕੇ ਇੱਕ ਵਾਰ ਰਿਵਾਈਜ਼ ਕਰਨੇ ਆ। ਅਸੀਂ ਇੱਕ ਓਂਕਾਰ ਨੂੰ ਅੱਛੀ ਤਰ੍ਹਾਂ ਸਮਝਿਆ ਕਿ ਉਹ ਇੱਕ ਦੀ ਓਂਕਾਰ ਅਸੀਂ ਆਤਮਾ ਤੇ ਉਹ ਇੱਕ ਕਿਵੇਂ ਹਾਂ, ਕਿਵੇਂ ਉਹ ਅਲੱਗ ਹੈ ਸਾਡੇ ਤੋਂ ਔਰ ਕਿਵੇਂ ਉਹ ਸਾਡੇ ਨਾਲ ਹੀ ਨੇ ਹਰ ਵਕਤ। ਜੇ ਅਸੀਂ ਉਸ ਨੂੰ ਧਿਆਈਏ, ਜੇ ਅਸੀਂ ਉਸ ਨੂੰ ਮਨ ਵਿੱਚ ਰੱਖਿਆ ਤੇ ਉਹ ਕੋਲ ਹੀ ਹੈ, ਪਰ ਜੇ ਅਸੀਂ ਉਸ ਨੂੰ ਮਨ ਵਿੱਚ ਨਹੀਂ ਰੱਖਿਆ ਤੇ ਫਿਰ ਉਹ ਕੋਲ ਨਹੀਂ। ਮਤਲਬ ਉਹਨਾਂ ਦੀ ਬਰਕਤ ਹੋ ਰਹੀ ਪਰ ਅਸੀਂ ਰਿਜੈਕਟ ਕੀਤਾ ਉਹਨਾਂ ਨੂੰ। ਤਦੇ ਤੇ ਚੋਰ ਚੋਰੀ ਕਰਦਾ ਹੈ, ਡਾਕੂ ਡਾਕਾ ਡਾਲਦਾ ਹੈ, ਕਿਉਂਕਿ ਉਸ ਵੇਲੇ ਉਸ ਚੋਰ ਜਾਂ ਉਸ ਡਾਕੂ ਦੀ ਆਤਮਾ ਜਿਹੜੀ ਹੈ ਨਾ, ਉਹਨਾਂ ਨੇ ਅਕਾਲ ਪੁਰਖ ਦੀ ਕਿਰਨੇ ਤੋਂ ਰਿਜੈਕਟ ਕੀਤਾ ਹੋਇਆ। ਮਤਲਬ ਉਹ ਅਕਾਲ ਪੁਰਖ ਨੂੰ ਯਾਦ ਨਹੀਂ ਕੀਤਾ। ਹਰ ਇੱਕ ਛਣ ਦੇ ਵਿੱਚ ਜਦੋਂ ਅਸੀਂ ਅਕਾਲ ਪੁਰਖ ਨੂੰ ਨਹੀਂ ਯਾਦ ਕਰਨੇ ਹਾਂ, ਉਸ ਹਰ ਇੱਕ ਛਣ ਦੇ ਵਿੱਚ ਅਸੀਂ ਆਪਣੇ ਬਲ 'ਤੇ ਚੱਲ ਰਹੇ ਹਾਂ। ਕਿਉਂਕਿ ਮੈਂ ਆਤਮਾ, ਮੇਰੇ ਵਿੱਚ ਆਪਣੀ ਸ਼ਕਤੀ ਹੈਗੀ ਹੈ, ਪਰ ਕੀ ਹੈ ਜਦੋਂ ਅਸੀਂ ਅਕਾਲ ਪੁਰਖ ਦੀ ਸ਼ਕਤੀ ਲੈਂਦੇ ਹਾਂ ਫਿਰ ਅਸੀਂ ਸ਼ੁੱਧ ਹੋ ਜਾਂਦੇ ਹਾਂ, ਪਾਵਨ ਹੋ ਜਾਂਦੇ ਹਾਂ। ਪਰ ਜਦ ਅਸੀਂ ਨਵਾਂ ਆਉਂਦੇ ਹਾਂ ਪਰਮਧਾਮ ਤੋਂ, ਜਦੋਂ ਅਸੀਂ ਸਾਰੇ ਇਸ ਆਤਮਾਏ ਇਸ ਸਰੀਰ ਨੂੰ ਛੱਡ ਕੇ ਚਲੇ ਜਾਵਾਂਗੇ ਪਰਮਧਾਮ ਅਤੇ ਸੰਪੂਰਨ ਹੋ ਕੇ ਆਪਣਾ ਸਾਰਾ ਕਰਮ ਦਾ ਖਾਤਾ ਮਿਟਾ ਕੇ, ਜਿਹੜੇ ਪਿਛਲੀ ਪੌੜੀ ਵਿੱਚ ਅਸੀਂ ਗੱਲ ਕਰ ਰਹੇ ਸਾਂ ਕਰਮ ਦੇ ਕਿ ਆਪੇ ਬੀਜ ਆਪੇ ਖਾਓ ਔਰ ਕਿਵੇਂ ਕਰਮ ਨੂੰ ਉਹ ਧੋਪੇ ਨਾਵੇ ਕੇ ਰੰਗ, ਇਹ ਗੱਲਾਂ ਨੂੰ ਅਸੀਂ ਅੱਜ ਗਹਿਰਾਈ ਵਿੱਚ ਕਰਮ ਨੂੰ ਸਮਝਾਂਗੇ। ਆਪਣਾ ਆਉਣ ਜਾਣ ਨਾਨਕ ਹੁਕਮੀ ਆਵੋ ਜਾਓ, ਇਹ ਕੀ ਗੁਰੂ ਜੀ ਕਹਿ ਰਹੇ ਨੇ ਹੁਕਮੀ, ਇਹ ਵੀ ਹੁਕਮ ਹੈ ਜਿਹੜਾ ਆਉਣ ਜਾਣ ਦਾ ਆਤਮਾ ਦਾ। ਅਤੇ ਇਸ ਦੀ ਗਹਿਰਾਈ ਨੂੰ ਅਸੀਂ ਫਿਰ ਇੱਕ ਹੋਰ ਡਿਟੇਲ ਵਿੱਚ ਆਪਾਂ ਜਾਣਦੇ ਹਾਂ ਅੱਗੇ ਜਾਣ ਤੋਂ ਪਹਿਲਾਂ। ਅਤੇ ਇਸ ਪੌੜੀ ਨੰਬਰ 20 ਨੂੰ ਅਸੀਂ ਅੱਜ ਫਿਰ ਗਹਿਰਾਈ ਵਿੱਚ ਸਮਝਾਂਗੇ। ਮੈਂ ਗੱਲ ਕਰ ਰਹੀ ਸਾਂ ਕਿ ਆਤਮਾ ਆਪਣੀ ਕਹਾਣੀ ਦੀ ਗੱਲ ਕਰਨੇ ਆ। ਆਤਮਾ ਦੀ ਕਹਾਣੀ, ਆਪਣੀ ਕਹਾਣੀ ਮਤਲਬ ਆਤਮਾ ਦੀ ਕਹਾਣੀ। ਅਮਰਜੀਤ ਮੇਰੀ ਇਸ ਸਰੀਰ ਦੀ ਕਹਾਣੀ ਤਾਂ ਬਹੁਤ ਸੌਖੀ ਹੈ। ਮੈਂ ਮਾਂ ਦੇ ਗਰਭ ਤੋਂ ਨਿਕਲੀ ਅਤੇ ਮਾਂ ਪਿਓ ਨੇ ਮੈਨੂੰ ਮੇਰੀ ਪਰਵਰਿਸ਼ ਕੀਤੀ, ਮੈਨੂੰ ਸੰਭਾਲਿਆ, ਮੇਰੇ ਰਿਸ਼ਤੇਦਾਰ, ਅਤੇ ਮੇਰਾ ਨਾਂ ਰੱਖਿਆ ਅਮਰਜੀਤ, ਪੈਟ ਨੇਮ ਰੱਖਿਆ ਕਿਰਨ। ਅਤੇ ਲੋਕਾਂ ਮੈਨੂੰ ਕੀ ਬੁਲਾਉਂਦੇ ਨੇ, ਕੋਈ ਮੈਨੂੰ ਭੈਣ ਕਹਿੰਦਾ, ਕੋਈ ਮੈਨੂੰ ਭੂਆ ਕਹਿੰਦੀ, ਕੋਈ ਮੈਨੂੰ ਮਾਸੀ ਕਹਿੰਦੀ, ਕੋਈ ਮੈਨੂੰ ਦਾਦੀ ਕਹਿੰਦਾ, ਕੋਈ ਮੈਨੂੰ ਮਾਂ ਕਹਿੰਦਾ, ਕੋਈ ਮੈਨੂੰ ਪਤਨੀ ਕਹਿੰਦੇ। ਅਤੇ ਮਤਲਬ ਕਿ ਮੇਰੇ ਸਾਰੇ ਰੋਲਸ ਆ ਗਏ ਇਸ ਸਰੀਰ ਦੇ ਵਿੱਚ ਆ ਕੇ। ਇਸ ਸਰੀਰ ਤੋਂ ਪਹਿਲਾਂ ਪਿਛਲੇ ਜਨਮ ਵਿੱਚ ਮੈਂ ਕੌਣ ਸਾਂ ਮੈਨੂੰ ਵੀ ਨਹੀਂ ਪਤਾ, ਔਰ ਮੇਰੇ ਇਹੋ ਜਿਹੇ ਰਿਸ਼ਤੇ ਵੀ ਸਨ ਪਰ ਕੌਣ ਸਨ ਮੈਨੂੰ ਨਹੀਂ ਪਤਾ। ਇਸ ਜਨਮ ਦੇ ਵਿੱਚ ਮੈਨੂੰ ਪਤਾ ਹੈ ਕਿ ਉਹ ਆਤਮਾ ਉਸ ਦੇ ਵਿੱਚ ਮੈਨੂੰ ਮਾਸੀ ਬੁਲਾ ਰਹੀ, ਉਹ ਆਤਮਾ ਉਸ ਦੇ ਵਿੱਚ ਮੈਨੂੰ ਮਾਂ ਬੁਲਾ ਰਹੀ ਹੈ, ਉਸ ਆਤਮਾ ਉਸ ਦੇ ਵਿੱਚ ਮੈਨੂੰ ਦਾਦੀ ਬੁਲਾ ਰਹੀ। ਇਸ ਵੇਲੇ ਤਾਂ ਮੈਨੂੰ ਇਹ ਪਤਾ ਹੈ, ਪਰ ਇਹ ਸਿਰਫ ਇਸ ਜਨਮ ਦਾ ਹੈ। ਇਹ ਜਨਮ ਜਿਹੜੇ ਗੁਰੂ ਆਓ ਜਾਓ ਦੀ ਗੱਲ ਕਰੇ, ਉਹ ਇਸ ਜਨਮ ਆ ਗਏ ਹਾਂ, ਹੁਣ ਇਸ ਜਨਮ ਤੋਂ ਜਾਣਾ ਵੀ ਹੈ। ਪਰ ਅਸੀਂ ਇਸ ਤਰ੍ਹਾਂ ਜਿਉਂਦੇ ਹਾਂ ਕਿ ਅਸੀਂ ਜਾਣ ਦਾ ਕਦੀ ਸੋਚਿਆ ਹੀ ਨਹੀਂ। ਕੀ ਤੁਸੀਂ ਕਦੀ ਸੋਚਿਆ ਕਿ ਤੁਸੀਂ ਇਸ ਸਰੀਰ ਨੂੰ ਛੱਡ ਕੇ ਜਾਣਾ? ਇਹ ਸਰੀਰ ਨੂੰ ਛੱਡ ਕੇ ਜਾਣਾ ਕਹਿਣਾ ਬੜਾ ਸੌਖਾ ਹੈ। ਡਿਟੇਲ ਵਿੱਚ ਆਪਣੇ ਚਲੋ ਆਪਾਂ ਰਲ ਕੇ ਇਸ ਖਿਆਲ ਕਰੀਏ ਹੁਣੇ। ਇਹ ਸਰੀਰ ਨੂੰ ਆਪਾਂ ਛੱਡ ਕੇ ਜਾਣਾ। ਗੁਰੂ ਤੇਗ ਬਹਾਦਰ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਜਿਹੜੇ ਸ਼ਲੋਕ ਮਹਿਲਾ 9ਵਾਂ, ਪੂਰੀ ਸ਼ਲੋਕ ਔਰ ਪੂਰੀ ਉਹ ਬਾਣੀ ਬਹੁਤ ਵਾਰੀ ਮੌਤ ਦੇ ਉੱਤੇ, ਕਿ ਸਰੀਰਕ ਮੌਤ ਦੇ ਉੱਤੇ ਹੋਵੇ। ਕਿਉਂਕਿ ਸਾਨੂੰ ਜਿੰਨਾ ਚਿਰ ਆਪਣਾ ਮੌਤ ਦਾ ਅਸੀਂ ਸਾਹਮਣਾ ਨਾ ਕਰਾਂਗੇ, ਮੌਤ ਦਾ ਕੀ ਮਤਲਬ ਹੈ? ਸਰੀਰ ਨੂੰ ਛੱਡਣਾ। ਆਤਮਾ ਸਰੀਰ ਨੂੰ ਛੱਡਣਾ, ਆਤਮਾ ਜਦ ਸਰੀਰ ਨੂੰ ਛੱਡਦੀ ਹੈ ਉਸ ਨੂੰ
ਉਸ ਪ੍ਰੋਸੈਸ ਨੂੰ ਅਸੀਂ ਮੌਤ ਕਹਿੰਦੇ ਹਾਂ, ਕਿਉਂਕਿ ਸਰੀਰ ਦਾ ਮੌਤ ਹੋ ਜਾਂਦੀ ਹੈ। ਮਤਲਬ ਸਰੀਰ ਬੇਜਾਨ ਹੋ ਜਾਂਦੀ ਹੈ, ਸਰੀਰ ਦੇ ਵਿੱਚ ਕੋਈ ਜੋਤ ਨਹੀਂ, ਸਰੀਰ ਦੇ ਵਿੱਚ ਕੋਈ ਸਰੀਰ ਕੋਈ ਕੰਮ ਨਹੀਂ ਕਰ ਸਕਦੀ, ਉਹ ਇੱਕਦਮ ਨਿਕੰਮਾ ਹੋ ਜਾਂਦਾ, ਇੱਕਦਮ ਗੰਦਾ ਹੋ ਜਾਂਦਾ ਹੈ, ਬੋ ਵੀ ਆਉਣ ਲੱਗ ਪੈਂਦਾ। ਉਹ ਪੰਜ ਤੱਤਵ ਵਿੱਚ ਰਲ ਜਾਂਦੀ ਹੈ। 2-3 ਦਿਨ ਬਾਅਦ ਤੁਸੀਂ ਉਸ ਦੇ ਨੇੜੇ ਵੀ ਨਹੀਂ ਆ ਸਕਦੇ ਹੋ। ਉਸ ਨੂੰ ਜਲਾਉਣਾ ਪਏਗਾ ਜਾਂ ਦਫਨਾਉਣਾ ਪਏਗਾ। ਇਹ 2 ਤਰੀਕੇ ਦੁਨੀਆ ਨੇ ਅਪਣਾਏ ਹੋਇਆ। ਕਈ ਦਫਨਾਉਂਦੇ ਨੇ ਅਤੇ ਕਈ ਜਲਾਉਂਦੇ ਨੇ। ਮਤਲਬ ਉਸ ਨੂੰ ਗੈਟ ਰਿਡ ਆਫ ਕਰਨਾ, ਉਸ ਦੀ ਮਤਲਬ ਕਿ ਸੰਸਕਾਰ ਕਰਨਾ। ਇਹਦਾ ਮਤਲਬ ਜਿਹੜੀ ਅਸੀਂ ਗੱਲ ਕਰ ਰਹੇ ਕਿ ਮੈਂ ਸਰੀਰ ਨੂੰ ਛੱਡ ਕੇ ਜਾਣਾ, ਉਹ ਤਾਂ ਚਲੋ ਮੈਂ ਵੇਖ ਲਿਆ, ਹੁਣ ਨਜ਼ਾਰਾ ਮਨ ਵਿੱਚ ਆ ਗਿਆ ਕਿ ਮੇਰਾ ਇਹ ਸਰੀਰ ਮੁਰਦਾ ਲਾਸ਼ ਹੈ ਅਤੇ ਮੈਂ ਇਹ ਸਰੀਰ ਨੂੰ ਛੱਡ ਕੇ ਜਾ ਰਹੀ ਹਾਂ। ਇਸ ਨੂੰ ਮੈਡੀਟੇਟਿਵ ਰੂਪ ਵਿੱਚ ਆਪਾਂ ਸਮਝਾਂਗੇ। ਮੇਰਾ ਸਰੀਰ ਉੱਥੇ ਪਿਆ ਹੈ, ਮੈਂ ਨਿਕਲ ਗਈ। ਹੁਣ ਤੁਸੀਂ ਸਾਰੇ ਰਲ ਮਿਲ ਕੇ ਆਪਣੇ ਸਰੀਰ ਨੂੰ ਦੇਖਿਓ ਆਤਮਾ ਬਣ ਕੇ। ਮੈਂ ਸਰੀਰ ਨੂੰ ਛੱਡ ਕੇ ਆਤਮਾ ਨਿਕਲ ਗਈ ਔਰ ਆਪਣੇ ਸਰੀਰ ਨੂੰ ਵੇਖ ਰਹੀ ਹਾਂ ਕਿ ਮੈਂ ਲੇਟੀ ਹੋਈ ਹਾਂ ਪਰ ਹਿੱਲ ਨਹੀਂ ਰਹੀ। ਅਤੇ ਮੈਂ ਹੈਰਾਨ ਹੋ ਜਾਵਾਂਗੀ ਅਤੇ ਹੈਰਾਨ ਹੁੰਦੀ ਹਾਂ। ਇਹ ਐਕਸਪੀਰੀਅੰਸ ਹੁਣੇ ਵਿੱਚ ਲਿਆਉਣਾ ਤਾਂ ਕਿ ਆਪਣੇ ਆਪ ਨੂੰ ਇਹ ਬੋਡੀ ਤੋਂ ਅਲੱਗ ਸਮਝੀਏ, ਕਿਉਂਕਿ ਇੱਥੇ ਅਸੀਂ ਐਕਸਪੀਰੀਅੰਸ ਦੀ ਗੱਲ ਕਰ ਰਹੇ ਹਾਂ। ਅਸੀਂ ਸਿਰਫ ਬੋਲੀ ਜਾਂ ਗਿਆਨ ਗੱਲਾਂ ਸੁਣਨੀਆਂ ਅਤੇ ਗਿਆਨੀ ਬਣਨਾ, ਉਹ ਨਹੀਂ। ਆਪਾਂ ਆਪਣਾ ਰਾਹ ਸਫਲ ਕਰਨਾ, ਆਪਣੀ ਰੂਹਾਨੀਅਤ ਆਤਮਕ ਜ਼ਿੰਦਗੀ ਸਫਲ ਕਰਨਾ, ਇਹ ਗੱਲ ਹੈ। ਇਸ ਸਤਸੰਗ ਵਿੱਚ ਜਿਹੜਾ ਅਸੀਂ ਰੋਜ਼ 20 ਮਿੰਟ ਇੱਕ ਦੂਜੇ ਨਾਲ ਮਿਲਦੇ ਹਾਂ, ਆਪਾਂ ਇਹ ਸਤਸੰਗ ਦੇ ਵਿੱਚ ਆਪਣੇ ਆਪ ਨੂੰ ਬਦਲਨੇ, ਆਪਣੇ ਪਰਮਾਰਥ ਨੂੰ ਸਮਝਨੇ, ਆਪਣੇ ਕਿਸ ਤਰ੍ਹਾਂ ਪਾਪ ਨੂੰ ਕੱਟਣਾ, ਕਿੱਥੋਂ ਮੈਂ ਆਈ ਹਾਂ, ਕਿੱਥੇ ਮੈਂ ਜਾ ਰਹੀ ਹਾਂ, ਇਹ ਸਾਰਾ ਆਪਾਂ ਸਮਝਣਾ ਗਹਿਰਾਈ ਵਿੱਚ। ਜਦੋਂ ਅਸੀਂ ਇਸ ਨੂੰ ਗਹਿਰਾਈ ਵਿੱਚ ਸਮਝਾਂਗੇ ਅਤੇ ਇਸ ਨੂੰ ਅਸੀਂ ਸੱਚ ਵਿੱਚ ਮਹਿਸੂਸ ਕਰਾਂਗੇ, ਐਕਸਪੀਰੀਅੰਸ ਕਰਾਂਗੇ, ਫਿਰ ਸਾਡੇ ਜ਼ਿੰਦਗੀ ਵਿੱਚ ਜ਼ਰੂਰ ਬਦਲਾਵ ਆਏਗੀ। ਅਤੇ ਫਿਰ ਅਸੀਂ ਅਕਾਲ ਪੁਰਖ ਦੇ ਨਾਲ ਉਸ ਦੀ ਪੱਲਾ ਜਾਂ ਉਸ ਦੇ ਹੱਥ ਕਦੀ ਨਹੀਂ ਛੱਡਾਂਗੇ। ਮੈਂ ਇਸ ਰਾਹ 'ਤੇ ਚੱਲ ਚੁੱਕੀ ਹੂੰ ਔਰ ਮੈਨੂੰ ਪਤਾ ਹੈ ਕਿ ਮੈਂ ਕਦੀ ਵੀ ਅਕਾਲ ਪੁਰਖ ਦੇ ਹੱਥ ਨੂੰ ਨਹੀਂ ਛੱਡਾਂਗੀ, ਕਿਉਂਕਿ ਇਸ ਜ਼ਿੰਦਗੀ ਵਿੱਚ ਮੈਨੂੰ ਉਸ ਦੀ ਇੰਨੀ ਲੋੜ ਹੈਗਾ। ਕਿਉਂਕਿ ਜੇ ਮੈਂ ਖੁਸ਼ ਰਹਿਣਾ ਚਾਹੁੰਦੀ, ਜੇ ਮੈਂ ਪਾਪ ਤੋਂ ਉੱਤੇ ਰਹਿਣਾ ਚਾਹੁੰਦੀ ਹਾਂ, ਜੇ ਮੈਂ ਜ਼ਿੰਦਗੀ ਵਿੱਚ ਸ਼ਾਂਤੀ ਚਾਹੁੰਦੀ ਹਾਂ, ਸੰਤੁਸ਼ਟਤਾ ਚਾਹੁੰਦੀ ਹਾਂ ਅਤੇ ਪਿਆਰ ਚਾਹੁੰਦੀ ਹਾਂ, ਅਤੇ ਫਿਰ ਮੈਨੂੰ ਅਕਾਲ ਪੁਰਖ ਦੀ ਲੋੜ ਹੈਗੀ। ਅਤੇ ਅਸੀਂ ਅੱਜ ਆਪਣੇ ਆਪ ਨੂੰ ਪਹਿਲਾਂ ਸਮਝਾਂਗੇ, ਆਪਣੇ ਕਰਮ ਕਿਸ ਤਰ੍ਹਾਂ ਬਣਦੇ ਉਸ ਨੂੰ ਸਮਝਾਂਗੇ, ਅਤੇ ਫਿਰ ਅਸੀਂ ਸਮਝਾਂਗੇ ਕਿ ਅਕਾਲ ਪੁਰਖ ਦਾ ਸਾਡੇ ਕਰਮ ਉੱਤੇ ਅਤੇ ਕਰਮਾਂ ਦੇ ਨਾਲ ਉਹ ਕਿਵੇਂ ਉਹ ਧੋਂਦਾ ਸਾਡਾ ਕਰਮ, ਅਤੇ ਕਿਵੇਂ ਮਤਲਬ ਕਿ ਉਸ ਦੀ ਹੱਥ ਨੂੰ ਪਕੜਨਾ ਸਾਡੇ ਵਾਸਤੇ ਕਿੰਨੀ ਜ਼ਰੂਰੀ ਹੈ। ਜ਼ਰੂਰੀ ਹੈ ਅਤੇ ਇਹ ਅਸੀਂ ਜਾਣਦੇ ਸਮਝ ਚੁੱਕੇ, ਕਿਉਂਕਿ ਮਤਲਬ ਇੰਨਾ ਕੁ ਤਾਂ ਅਸੀਂ ਜਾਣਦੇ ਹਰ ਇੱਕ ਧਰਮ ਵਿੱਚ ਕਿ ਉਹ ਧਰਮ ਕੀ ਹੈਗਾ। ਇਸਲਾਮ ਹੋਏ, ਕ੍ਰਿਸਚੈਨਿਟੀ ਹੋਏ, ਬੁੱਧਿਜ਼ਮ ਹੋਏ, ਸਿੱਖਿਜ਼ਮ ਹੋਏ, ਜੈਨਿਜ਼ਮ ਹੋਏ, ਇਹ ਸਾਰੇ ਧਰਮ ਕੀ ਹੈਗਾ। ਉਸ ਇੱਕ ਨਾਲ ਮਿਲਣ ਦਾ, ਉਸ ਇੱਕ ਦੀ ਗੱਲ ਹੋ ਰਹੀ ਹੈ ਨਾ, ਆਤਮਾ ਦੀ ਗੱਲ ਹੋ ਰਹੀ ਨਾ ਸਰੀਰ ਤੋਂ ਉੱਤੇ। ਬਾਕੀ ਦੁਨੀਆ ਵੀ ਸਕੂਲੋਂ ਵਿੱਚ ਹਾਈ ਸਕੂਲ ਕਰਦੇ, ਬੈਚਲਰ ਕਰਦੇ, ਮਾਸਟਰ ਕਰਦੇ, PhD ਕਰਦੇ, ਉਹ ਦੁਨੀਆ ਵੀ ਗੱਲਾਂ ਹੁੰਦੀਆਂ ਨੇ, 5 ਤੱਤਵਾਂ ਦੀ ਗੱਲਾਂ ਹੁੰਦੀਆਂ ਨੇ। ਉੱਥੇ ਇੱਕ ਸਬਜੈਕਟ ਛੋਟੀ ਜਿਹੀ ਹੋਏਗੀ ਸ਼ਾਇਦ ਵੈਲਿਊਜ਼ ਐਜੂਕੇਸ਼ਨ, ਮੋਰਲ ਸਾਇੰਸ, ਉਹ ਵੀ ਸਿਰਫ ਆਪਣੇ ਉੱਤੋਂ ਚੰਗਿਆਈ ਦੀ ਗੱਲ ਹੁੰਦੀ ਹੈ। ਪਰ ਗਹਿਰਾਈ ਵਿੱਚ ਕਰਮਾਂ ਦਾ ਜਾਂ ਮੈਂ ਆਤਮਾ ਦੀ ਗੱਲ ਕਿੱਥੋਂ ਆਈ, ਇਹ ਕੋਈ ਗੱਲ ਕਦੀ ਤੁਸੀਂ ਪੜ੍ਹਿਆ ਯੂਨੀਵਰਸਿਟੀ ਵਿੱਚ ਜਾਂ ਸਕੂਲ ਵਿੱਚ? ਮੈਂ ਤਾਂ ਨਹੀਂ ਕਦੀ ਪੜ੍ਹਿਆ, ਮੇਰੀ ਜ਼ਿੰਦਗੀ ਵਿੱਚ ਇਹੋ ਜਿਹੀ ਗੱਲਾਂ ਆਈਆਂ ਹੀ ਨਹੀਂ। ਹਾਂ, ਅਸੀਂ ਕਿਤਾਬਾਂ ਰਾਹੀਂ ਪੜ੍ਹਦੇ ਹਾਂ, ਫਿਕਸ਼ਨ ਕਿਤਾਬਾਂ ਹੋਏ, ਕਿਸੇ ਨੇ ਲਿਖਿਆ ਹੋਇਆ ਗੱਲਾਂ, ਉੱਥੋਂ ਪੜ੍ਹਿਆ, ਉੱਥੋਂ ਪੜ੍ਹ ਕੇ ਤੇਰਾ ਕੋ ਮਨ ਨੂੰ ਜਾਗ ਹੋਇਆ ਕਿ ਇਹ ਕੀ ਗੱਲ ਕਰਦੇ ਪਏ ਨੇ। ਮੈਨੀ ਮਾਸਟਰਸ ਮੈਨੀ ਲਾਈਵਸ, ਇੱਥੇ ਗੁਰੂ ਜੀ ਆਵੋ ਜਾਓ ਦੀ ਗੱਲ ਕਰਦੇ ਪਏ ਨੇ। ਮੈਨੀ ਮਾਸਟਰਸ ਮੈਨੀ ਲਾਈਵ ਮਤਲਬ ਕਿ ਮੇਰੀ ਕਈ ਜ਼ਿੰਦਗੀ ਹੈਗੀ।
ਪਹਿਲੀ ਵਾਰੀ ਜ਼ਿੰਦਗੀ ਵਿੱਚ ਮੈਨੂੰ ਇਹ ਧਿਆਨ ਪਿਆ ਸੀ 3 ਸਾਲ ਪਹਿਲੇ ਕਿ ਅਸੀਂ ਕਈ ਜਨਮ ਲੈਂਦੇ ਹਾਂ ਅਤੇ ਇਹ ਹਕੀਕਤ ਹੈ, ਐਵੇਂ ਹੀ ਬੋਲੀ ਗੱਲ ਨਹੀਂ ਹੈ। ਅਤੇ ਉਸ ਨੂੰ ਆਪਾਂ ਐਕਸਪੀਰੀਅੰਸ ਕਰਨਾ ਹੁਣ ਅੱਜ, ਅਤੇ ਚਲੋ ਕੰਟੀਨਿਊ ਕਰਨੇ ਹਾਂ। ਕਿਉਂਕਿ ਮੈਂ ਤੁਹਾਨੂੰ ਇਹ ਨਹੀਂ ਫੀਲ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਮੌਤ ਨੂੰ ਵੇਖੋਗੇ ਅਤੇ ਇਹ ਭੈੜੀ ਗੱਲ ਹੈ ਅਤੇ ਤੁਹਾਨੂੰ ਦੁੱਖ ਹੋਏਗੀ। ਨਾ, ਤੁਸੀਂ ਯਕੀਨਨ ਕਰੋ, ਜੇ ਤੁਸੀਂ ਆਪਣੇ ਆਪ ਨੂੰ ਸਰੀਰ ਦੇਖੋਗੇ ਅਤੇ ਆਤਮਾ ਨੂੰ ਅਲੱਗ ਦੇਖੋਗੇ ਅਤੇ ਤੁਸੀਂ ਇਹ ਐਕਸਪੀਰੀਅੰਸ ਕਰੋਗੇ, ਤੁਸੀਂ ਫਿਰ ਮੋਹ ਅਤੇ ਅਹੰਕਾਰ ਤੋਂ ਉੱਤੇ ਚਲੇ ਜਾਓਗੇ। ਅਤੇ ਜਦ ਅਸੀਂ ਮੋਹ ਅਤੇ ਅਹੰਕਾਰ ਨੂੰ ਥੋੜ੍ਹਾ ਸਮਝਾਂਗੇ ਅਤੇ ਉਹਦੇ ਉੱਤੋਂ ਜਾ ਸਕਾਂਗੇ, ਫਿਰ ਕਾਮ, ਕ੍ਰੋਧ, ਲੋਭ, ਮੋਹ ਇਹ ਵੀ ਨਹੀਂ ਹੋਏਗਾ, ਕਿਉਂਕਿ ਇਹ ਤਿੰਨ ਮੋਹ ਅਤੇ ਅਹੰਕਾਰ ਦੇ ਨਾਲ ਕਾਫੀ ਰਿਲੇਟਡ ਹੈ। ਔਰ ਇਹ ਟੌਪਿਕ ਵੀ ਆਪਾਂ ਪਕੜਾਂਗੇ, ਇਸ ਟੌਪਿਕ ਨੂੰ, ਕਿ ਮੋਹ ਅਤੇ ਅਹੰਕਾਰ ਕਿਵੇਂ ਕਾਮ, ਕ੍ਰੋਧ, ਲੋਭ ਦੇ ਨਾਲ ਰਿਲੇਟਡ ਹੈ। ਪਰ ਆਪਾਂ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਵਿਕਾਰ ਹੈ ਮੋਹ ਦੀ ਅਤੇ ਅਹੰਕਾਰ ਦੀ, ਉਸ ਨੂੰ ਮਿਟਾਈਏ। ਸਭ ਤੋਂ ਵੱਡੀ ਅਹੰਕਾਰ ਹੈ ਕਿ ਮੈਂ ਅਮਰਜੀਤ ਹਾਂ, ਇਸ ਸਰੀਰ ਨੂੰ ਪਕੜਿਆ ਹੋਇਆ, ਇਸ ਸਰੀਰ ਦੇ ਨਾਲ ਮੇਰਾ ਇੰਨਾ ਰਿਸ਼ਤਾ ਹੈ, ਇੰਨਾ ਸੰਬੰਧ ਹੈ। ਅਤੇ ਅੱਜ ਆਪਾਂ ਆਪਣੇ ਸਰੀਰ ਨੂੰ ਅਲੱਗ ਦੇਖਣ ਦੇ ਨਾਲ ਆਪਾਂ ਇਹ ਸਮਝਣਾ ਕਿ ਮੈਂ ਇਸ ਸਰੀਰ ਤੋਂ ਅਲੱਗ ਹਾਂ, ਇਹ ਸਰੀਰ ਨਹੀਂ ਹੈਗਾ। ਅਤੇ ਆਓ ਚੱਲੀਏ ਉਸ ਮਾਹੌਲ ਵਿੱਚ ਫਿਰ ਕਿ ਮੈਂ ਆਪਣੇ ਸਰੀਰ ਨੂੰ ਇੱਥੇ ਲੇਟਦਿਆਂ ਹੋਇਆਂ ਵੇਖ ਰਹੀ ਹਾਂ। ਮੈਂ ਆਤਮਾ ਆਪਣੇ ਸਰੀਰ ਤੋਂ ਨਿਕਲ ਕੇ ਮਨ ਦੇ ਵਿਜ਼ਨ ਦੇ ਵਿੱਚ ਇਹ ਮੈਡੀਟੇਸ਼ਨ ਸਮਝੋ, ਗਾਈਡਡ ਮੈਡੀਟੇਸ਼ਨ ਸਮਝੋ ਜਾਂ ਐਕਸਪੀਰੀਅੰਸ ਸਮਝੋ, ਪਰ ਮਨ ਦੇ ਸਕਰੀਨ ਦੇ ਉੱਤੇ ਇਹ ਤਸਵੀਰ ਲਿਆਉਣੀ, ਇਹ ਗੱਲ ਲਿਆਉਣੀ, ਅਤੇ ਮੇਰੇ ਨਾਲ ਆਪਾਂ ਚੱਲਾਂਗੇ ਇੱਕ ਰੂਹਾਨੀਅਤ ਸਫ਼ਰ 'ਤੇ, ਤਾਂ ਕਿ ਅਸੀਂ ਆਪਣੇ ਆਪ ਨੂੰ, ਆਪਣੇ ਮੋਹ ਨੂੰ, ਆਪਣੇ ਅਹੰਕਾਰ ਨੂੰ ਸਮਝਾਂਗੇ। ਮੈਂ ਇਸ ਵੇਲੇ ਆਪਣੇ ਸਰੀਰ ਤੋਂ ਨਿਕਲ ਚੁੱਕੀ ਹਾਂ। ਮੈਂ ਆਤਮਾ, ਖੂਬਸੂਰਤ ਜੋਤੀ ਬਿੰਦੂ, ਔਰ ਮੈਂ ਜਦ ਆਪਣੇ ਸਰੀਰ ਨੂੰ ਛੱਡ ਕੇ ਨਿਕਲਦੀ ਹਾਂ, ਉਸ ਵੇਲੇ ਮੈਂ ਬਹੁਤ ਡਰ ਜਾਂਦੀ ਹਾਂ, ਕਿਉਂਕਿ ਮੈਨੂੰ ਪਤਾ ਨਹੀਂ ਸੀ ਕਿ ਮੈਂ ਆਤਮਾ। ਪਰ ਜਿਨ੍ਹਾਂ ਨੂੰ ਇਹ ਗਿਆਨ ਹੈ ਪਹਿਲੇ ਤੋਂ, ਫਿਰ ਉਸ ਵੇਲੇ ਜਦੋਂ ਉਹ ਨਿਕਲਦੇ ਨੇ, ਉਹਨਾਂ ਨੂੰ ਸਾਰਾ ਪਤਾ ਹੈ। ਫਿਰ ਉਸ ਨੂੰ ਇੰਨਾ ਦੁੱਖ ਨਹੀਂ ਪਹੁੰਚਦੀ, ਉਸ ਨੂੰ ਇੰਨਾ ਪਿਆਸ ਨਹੀਂ ਲੱਗਦੀ, ਉਸ ਆਤਮਾ ਨੂੰ ਇੰਨਾ ਦਰਦ ਦੁੱਖ ਨਹੀਂ ਹੁੰਦੀ, ਕਿਉਂਕਿ ਉਹ ਰੂਹਾਨੀ ਸਫ਼ਰ ਕਰਦਿਆਂ ਉਸ ਆਤਮਾ ਨੂੰ ਪਹਿਚਾਣ ਹੋ ਗਈ ਕਿ ਮੈਂ ਆਤਮਾ ਹੈਗਾ, ਅਤੇ ਇਹ ਗੱਲ ਕਰ ਰਹੇ ਸਾਂ ਜ਼ਿੰਦਗੀ ਵਿੱਚ। ਪਰ ਜੇ ਤੁਸੀਂ ਆਪਣੇ ਆਪ ਨੂੰ ਆਤਮਾ ਜ਼ਿੰਦਗੀ ਵਿੱਚ ਨਹੀਂ ਸਮਝਿਆ, ਅਤੇ ਫਿਰ ਜਦੋਂ ਆਤਮਾ ਨਿਕਲਦੀ ਹੈ ਸਰੀਰ ਤੋਂ, ਉਹ ਆਤਮਾ ਬਹੁਤ ਡਰ ਵਿੱਚ, ਬਹੁਤ ਭਿਆਨਕ ਫੀਲ ਕਰਦੀ ਹੈ ਅਤੇ ਬਹੁਤ ਤੜਪਦੀ ਹੈ। ਬਲਕਿ ਆਤਮਾ ਜਦ ਸਰੀਰ ਤੋਂ ਛੁੱਟਦੀ ਹੈ, ਹਾਲੀ ਉਸ ਦੀ ਮਨ ਦੀ ਭੁੱਖ, ਉਸ ਦੀ ਮਨ ਦੀ ਸਭ ਅਵਗੁਣ, ਸਭ ਗੁਣ ਨਾਲ ਹੀ ਹੁੰਦੀ ਹੈ। ਅਤੇ ਜੇ ਪਿਆਸ ਵੀ ਮਹਿਸੂਸ ਕਰਦੇ, ਭੁੱਖ ਵੀ ਮਹਿਸੂਸ ਕਰੇਗੀ ਆਤਮਾ। ਅਤੇ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਹੁਣ ਕਰਨ ਜਾ ਰਹੇ ਹਾਂ, ਕਿ ਆਪਣੇ ਡੈਡ ਬੋਡੀ ਨੂੰ ਵੇਖ ਕੇ ਤੁਸੀਂ ਦੇਖੋ, ਅਤੇ ਸਾਰੇ ਰਿਸ਼ਤੇਦਾਰ ਆ ਰਹੇ ਨੇ ਮੈਨੂੰ ਵੇਖਣ ਕਿ ਮੈਂ ਚਲੀ ਗਈ ਹਾਂ। ਸਾਰੇ ਕਿੰਨੇ ਡਿਸਟਰਬਡ ਨੇ, ਸਾਰੇ ਕਿੰਨੇ ਰੋ ਰਹੇ ਨੇ। ਮੇਰੀ ਮਾਂ, ਮੇਰੀ ਹਸਬੈਂਡ, ਮੇਰੇ ਬੱਚੇ, ਇਹ ਸਾਰਾ ਨਜ਼ਾਰਾ ਦੇਖੋ ਕਿ ਸਾਰੇ ਉਹਨਾਂ ਦੇ ਅੰਦਰ ਆਤਮਾ ਸਰੀਰ ਦੇ ਵਿੱਚ ਆ ਕੇ ਮੇਰੀ ਸਰੀਰ ਨੂੰ ਵੇਖ ਰਹੇ ਨੇ। ਮੈਂ ਆਪਣੇ ਸਰੀਰ ਨੂੰ ਤੋਂ ਅਲੱਗ ਆਤਮਾ ਮਹਿਸੂਸ ਕਰ ਰਹੀ ਹਾਂ, ਔਰ ਮੈਂ ਸਮਝ ਗਈ ਹਾਂ ਕਿ ਮੈਂ ਆਤਮਾ ਸਰੀਰ ਤੋਂ ਅਲੱਗ। ਪਰ ਉਹ ਸਾਰੇ ਜਿਹੜੇ ਆ ਰਹੇ ਨੇ ਮੇਰੇ ਸਰੀਰ ਨੂੰ ਵੇਖ ਰਹੇ ਨੇ, ਉਹਨਾਂ ਨੂੰ ਤਾਂ ਨਹੀਂ ਪਤਾ ਕਿ ਉਹ ਆਤਮਾ ਹੈ, ਕਿਉਂਕਿ ਅਜੇ ਉਹ ਆਪਣਾ ਸਰੀਰ ਨੂੰ ਨਹੀਂ ਛੱਡਿਆ। ਅਤੇ ਉਹ ਆ ਕੇ ਰੋ ਰਹੇ ਨੇ ਜਾਂ
कई बहुत रो रहे ने, कई बहुत याद कर रहे ने, ते सारे रब नू याद कर रहे ने, पाठ कर रहे ने, पूजा कर रहे ने। बहुत मेरी माँ, मेरी पिता, मेरे भैन भरा सब बहुत बाणी पढ़ रहे ने इस वेले, अपने वास्ते, मेरे वास्ते। जरूर मौत होए तां सी बाणी पढ़ी, तां सी रब नू इन्ना गहराई विच याद करे। मैं सारे नू वेख के मैं अपनी मोह नू पहचाननी हाँ। जिस आत्मा नू हाली मोह दा नहीं पता ते अपने आप नू आत्मा दा नहीं पता, वो बहुत रोएगी, बहुत रोएगी, क्योंकि वो वेखेगी, उसनू भी दुख लगेगा कि ये सारे रिश्ते नू छड़ के जा रही हाँ। मतलब कि ये सारे जिन्हां दे अजीज ने, जड़े मैं इन्ना नू प्यार करनी हाँ, मेरा पोता होए, मेरा पुत्तर होए, मेरी धी होए, मेरी माँ होए, मेरा प्यो होए, मेरा हसबैंड होए, इन्हां नू मैं इन्ना प्यार करदी हाँ, उन्हां सारिਆਂ नू मैं छड़ के जा रही हाँ। उत्थे आत्मा नू जे ज्ञान होए कि मैं आत्मा हाँ, फिर ये मोह दे चक्कर विच, ये अहंकार दे चक्कर विच नहीं फसणगे। मैं उसनू सारिਆਂ नू शरीर, सारे दे शरीर ते आत्मा नू वेख के अज ये सिक्ख्या ले रही हाँ कि किसी ने नाल नहीं जाना। आवत अकेला जावत अकेला, हम तुम संग झूठे सब बोला, गुरबाणी। आवत अकेला जावत अकेला, हम तुम संग झूठे सब बोला। क्योंकि इस वेले मैं अकेली आत्मा अपनी अगली जिंदगी लैन जा रही हाँ, इस जिंदगी नू छड़ के, ते अपने सामने सारे खड़े ने, मेरे रिश्तेदार, मेरे अजीज, ते जो मैनू तंग करते सन वो भी सारे खलोते ने, और मैं उस सारे नू बाय बाय करनी हाँ। जब करना पेगा, क्योंकि मैनू कोई, जब मैं शरीर नू छड़ के जा रही हाँ, तो मैनू कोई ऑप्शन ही नहीं रहिंदी, और फिर मैं टुर जानी हाँ किसी होर माँ दे गर्भ विच जन्म लैके एक होर जिंदगी जीवांगे, अलग जिंदगी। और एकदम उस बीच शरीर नू छड्डन ते माँ दे नवीं गर्भ विच जाण दे विच असी पूरा भुल जांगे अपने हर एक संबंध नू, हर एक जिहदे नाल इन्नी मोह सी, जिस शरीर दे नाल इन्नी अहंकार सी, प्यार सी कि ये मैं हैगा, सब नू छड़ के एक दिन जाना है। नानक हुक्मी आवो जाओ, ये लिखिया है। अकाल पुरख कह रहे ने, हुक्म के हुक्म दे विच ये चल रहा। आप जी दे नाल अज बहुत गहरा एक्सपीरियंस किया है अपने मोह दा, अपने अहंकार दा। अगली कड़ी विच असी फिर कर्म दे खाता नू समझांगे ते इस गहराई नू अग्गों टोरांगे। आप जी दे नाल फिर एक ओंकार, एक परम पिता परमात्मा दे अगली एपिसोड विच मिलांगे। थैंक यू जी आप जी दा। ओम शांति, सत श्री अकाल।